ਜਦੋਂ ਮੈਂ ਆਪਣੇ ਵਿਆਹ ਤੋਂ ਬਾਅਦ ਆਪਣੇ ਪਤੀ ਨੂੰ ਦੇਖਿਆ ਤਾਂ ਉਹ ਖੁਸਰਾ ਸੀ। ਜਿਵੇਂ ਹੀ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੇਰੀ ਹਾਲਤ ਵਿਗੜ ਗਈ। ਕਿਹੜੀ ਕੁੜੀ ਚਾਹੇਗੀ ਕਿ ਉਸ ਦਾ ਪਤੀ ਖੁਸਰਾ ਹੋ, ਪਰ ਮੈਂ ਆਪਣੇ ਪਤੀ ਨੂੰ ਸਵੀਕਾਰ ਕਰ ਲਿਆ ਕਿਉਂਕਿ ਉਹ ਬਹੁਤ ਚੰਗੇ ਸੁਭਾਅ ਦਾ ਸੀ। ਇੱਕ ਦਿਨ ਮੈਨੂੰ ਚੱਕਰ ਆਉਣ ਲੱਗੇ। ਜਦੋਂ ਮੈਂ ਆਪਣਾ ਚੈੱਕਅਪ ਕਰਵਾਇਆ ਤਾਂ ਪਤਾ ਲੱਗਿਆ ਕਿ ਮੈਂ ਗਰਭਵਤੀ ਹਾਂ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇੱਕ ਦਿਨ ਮੈਂ ਦੇਖਿਆ ਮੇਰੇ ਪਤੀ ਤਾਂ ਮੇਰਾ ਨਾਮ ਨੇਹਾ ਹੈ। ਛੋਟੀ ਉਮਰ ਵਿੱਚ ਹੀ ਵਿਆਹ ਕਰ ਦੇਣਾ ਅਤੇ ਮੁੰਡੇ ਨੂੰ ਦੇਖ ਕੇ ਨਹੀਂ, ਉਸ ਦੀ ਦੌਲਤ ਨੂੰ ਦੇਖ ਕੇ ਉਸ ਮੁੰਡੇ ਨੂੰ ਕੁੜੀ ਦੇ ਦੇਣੀ, ਇਹ ਸਾਡੇ ਪਿੰਡ ਦੀ ਪੁਰਾਣੀ ਪਰੰਪਰਾ ਸੀ। ਸ਼ਾਇਦ ਇਸ ਪਰੰਪਰਾ ਦੀ ਸ਼ਿਕਾਰ ਮੈਂ ਹੋਈ ਸੀ। ਆਖਰ ਕਿਉਂ ਨਾ, ਮੈਂ ਵੀ ਇਸੇ ਪਿੰਡ ਦੀ ਜੰਮੀ ਜਾਈ ਸੀ। 3 ਭਰਾਵਾਂ ਦੀ ਸਭ ਤੋਂ ਛੋਟੀ ਭੈਣ ਸੀ। ਜਦੋਂ ਮੈਂ 16 ਸਾਲ ਦੀ ਹੋ ਗਈ ਤਾਂ ਇਹ ਸੁਭਾਵਿਕ ਸੀ ਕਿ ਮੈਂ ਇਸ ਘਰ ਵਿੱਚ ਜ਼ਿਆਦਾ ਸਮਾਂ ਨਹੀਂ ਬਿਤਾਵਾਂਗੀ। ਮੇਰੇ ਪਰਿਵਾਰ ਵਾਲਿਆਂ ਨੇ ਮੇਰੇ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਸੀ। ਮੇਰੇ ਲਈ ਇੱਕ ਰਿਸ਼ਤਾ ਆਇਆ ਜਿਸ ਵਿੱਚ ਮੁੰਡਾ ਮੇਰੀ ਉਮਰ ਤੋਂ ਦੁੱਗਣਾ ਸੀ ਕਿਉਂਕਿ ਉਸ ਕੋਲ ਜ਼ਮੀਨ ਜ਼ਿਆਦਾ ਸੀ। ਮੇਰੇ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਉਹ ਮੇਰੇ ਲਈ ਠੀਕ ਹੈ। ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸ਼ਾਇਦ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ ਹੋਇਆ ਸੀ ਕਿਉਂਕਿ ਅਜੇ ਰਿਸ਼ਤੇ ਨਾਲ ਕੌਣ ਖੁਸ਼ ਹੋ ਸਕਦਾ ਹੈ। ਅਜਿਹਾ ਸਿਰਫ ਮੇਰੇ ਨਾਲ ਹੀ ਨਹੀਂ ਸਗੋਂ ਪਿੰਡ ਦੀਆਂ ਸਾਰੀਆਂ ਕੁੜੀਆਂ ਨਾਲ ਹੁੰਦਾ ਸੀ। ਪਰ ਮੇਰੀ ਕਿਸਮਤ ਮੇਰੇ ਨਾਲ ਸੀ ਅਤੇ ਉਹ ਰਿਸ਼ਤਾ ਬਣਨ ਤੋਂ ਪਹਿਲਾਂ ਹੀ ਟੁੱਟ ਗਿਆ ਸੀ ਕਿਉਂਕਿ ਉਸਨੇ ਬਹੁਤ ਪੈਸੇ ਮੰਗੇ। ਪਰ ਮੇਰੇ ਮਾਤਾ ਪਿਤਾ ਕੋਲ ਇੰਨਾ ਪੈਸਾ ਨਹੀਂ ਸੀ ਜਿਸ ਕਾਰਨ ਇਹ ਰਿਸ਼ਤਾ ਨਹੀਂ ਹੋ ਸਕਿਆ। ਖੈਰ, ਇਹ ਚੰਗਾ ਸੀ, ਮੈਂ ਖੁਸ਼ ਸੀ। ਇਸ ਤਰ੍ਹਾਂ ਦਿਨ ਬੀਤ ਗਏ। ਹੁਣ ਮੇਰੇ ਲਈ ਇੱਕ ਹੋਰ ਰਿਸ਼ਤਾ ਆ ਗਿਆ ਸੀ। ਪਰਿਵਾਰ ਵਾਲੇ ਦੱਸ ਰਹੇ ਸਨ ਕਿ ਲੜਕਾ ਸਾਡੀ ਨੇਹਾ ਵਰਗੀ ਉਮਰ ਦਾ ਹੈ ਅਤੇ ਇੱਕ ਚੰਗੀ ਕੰਪਨੀ ਵਿੱਚ ਕੰਮ ਕਰਦਾ ਹੈ। ਮੈਂ ਹੈਰਾਨ ਸੀ ਕਿ ਇਹ ਮੇਰੀ ਚੰਗੀ ਕਿਸਮਤ ਸੀ ਜਾਂ ਕੋਈ ਜਾਦੂ ਹੋਇਆ ਸੀ ਕਿਉਂਕਿ ਮੈਂ ਅੱਜ ਤੱਕ ਪੂਰੇ ਪਿੰਡ ਵਿੱਚ ਕਿਸੇ ਨੂੰ ਨਹੀਂ ਦੇਖਿਆ ਕਿ ਇੱਥੇ ਕੁੜੀ ਨੂੰ ਆਪਣੀ ਉਮਰ ਦਾ ਕੋਈ ਸਾਥ ਮਿਲਿਆ ਹੋਵੇ। ਹਰ ਕੁੜੀ ਦਾ ਲਾੜਾ ਅਕਸਰ ਉਸਦੀ ਉਮਰ ਤੋਂ ਦੁੱਗਣਾ ਹੁੰਦਾ ਸੀ। ਖੈਰ, ਮੈਂ ਖੁਸ਼ ਸੀ ਕਿ ਮੈਨੂੰ ਇਸ ਸਭ ਦਾ ਸ਼ਿਕਾਰ ਨਹੀਂ ਹੋਣਾ ਪਿਆ। ਮੇਰਾ ਰਿਸ਼ਤਾ ਤੈਅ ਹੋ ਗਿਆ ਸੀ ਅਤੇ ਮੇਰੇ ਹੋਣ ਵਾਲੇ ਲਾੜੇ ਦਾ ਨਾਂ ਦਿਨੇਸ਼ ਸੀ। ਪਰਿਵਾਰਕ ਮੈਂਬਰ ਕਹਿ ਰਹੇ ਸਨ ਕਿ ਦਿਨੇਸ਼ ਨੇ ਦਾਜ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਾਇਦ ਮੈਂ ਪਹਿਲੀ ਵਾਰ ਦੇਖ ਰਹੀ ਸੀ ਕਿ ਕਿਸੇ ਦੀ ਅਜਿਹੀ ਸੋਚ ਵੀ ਹੁੰਦੀ ਹੈ। ਹੁਣ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਸੀ। ਹੁਣ ਮੈਨੂੰ ਲੱਗਾ ਕਿ ਮੈਂ ਇਸ ਪਿੰਡ ਦੇ ਸਾਰੇ ਮਾੜੇ ਰਿਵਾਜਾਂ ਤੋਂ ਛੁਟਕਾਰਾ ਪਾ ਲਵਾਂਗੀ ਕਿਉਂਕਿ ਦਾਜ ਦੇਣ ਤੋਂ ਇਨਕਾਰ ਕਰਨ ਵਾਲੇ ਮੁੰਡੇ ਦੀ ਸੋਚ ਕਿੰਨੀ ਚੰਗੀ ਹੋਵੇਗੀ। ਹੁਣ ਮੈਂ ਦਿਨੇਸ਼ ਨਾਲ ਆਪਣੀ ਜ਼ਿੰਦਗੀ ਦੇ ਸੁਪਨੇ ਦੇਖਣ ਲੱਗ ਪਈ ਸੀ। ਖੈਰ, ਦਿਨ ਲੰਘਣ ਵਿੱਚ ਬਹੁਤਾ ਸਮਾਂ ਨਹੀਂ ਲੱਗਾ ਅਤੇ ਦਿਨੇਸ਼ ਅਤੇ ਮੇਰਾ ਵਿਆਹ ਹੋ ਗਿਆ। ਦਿਨੇਸ਼ ਮੈਨੂੰ ਆਪਣੀ ਦੁਲਹਨ ਬਣਾ ਕੇ ਆਪਣੇ ਘਰ ਲੈ ਗਿਆ। ਮੈਨੂੰ ਆਪਣੀ ਵਧਾਈ ਸਮੇਂ ਬਿਲਕੁਲ ਵੀ ਦੁੱਖ ਨਹੀਂ ਹੋਇਆ ਕਿਉਂਕਿ ਇਸ ਪਿੰਡ ਵਿੱਚ ਅੱਜ ਤੱਕ ਜੋ ਕੁਝ ਮੈਂ ਦੇਖਿਆ ਸੀ ਉਹ ਬਹੁਤ ਡਰਾਵਨਾ ਹੁੰਦਾ ਸੀ। ਸਾਰੀਆਂ ਕੁੜੀਆਂ ਇਹਨਾਂ ਲੋਕਾਂ ਦੀ ਨਿੱਕੀ ਨਿੱਕੀ ਸੋਚ ਦਾ ਸ਼ਿਕਾਰ ਹੁੰਦੀਆਂ ਸਨ, ਪਰ ਮੈਂ ਦੁਨੀਆ ਦੀ ਪਹਿਲੀ ਕੁੜੀ ਸੀ ਜੋ ਆਪਣੇ ਪਿੰਡ ਅਤੇ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਖੁਸ਼ ਸੀ। ਖੈਰ, ਮੇਰੇ ਸਹੁਰੇ ਘਰ ਵਿੱਚ ਬਹੁਤ ਹੀ ਧੂਮ-ਧਾਮ ਨਾਲ ਸਵਾਗਤ ਕੀਤਾ ਗਿਆ। ਦਿਨੇਸ਼ ਦੇ ਘਰ ਉਸ ਦੀ ਮਾਂ ਤੋਂ ਇਲਾਵਾ ਕੋਈ ਨਹੀਂ ਸੀ। ਦਿਨੇਸ਼ ਦੇ ਪਿਤਾ ਦਾ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ। ਖੈਰ, ਮੇਰੀ ਸੁਹਾਗਰਾਤ ਦਾ ਸਮਾਂ ਵੀ ਆ ਗਿਆ ਅਤੇ ਮੈਨੂੰ ਇੱਕ ਸਜਾਏ ਕਮਰੇ ਵਿੱਚ ਭੇਜ ਦਿੱਤਾ ਗਿਆ। ਕੁਝ ਦੇਰ ਬਾਅਦ ਦਿਨੇਸ਼ ਕਮਰੇ ਵਿੱਚ ਆਇਆ। ਮੈਨੂੰ ਜੋ ਪਤਾ ਲੱਗਾ ਉਸ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਭੜਕ ਗਈ। ਮੈਨੂੰ ਪਤਾ ਲੱਗਾ ਕਿ ਦਿਨੇਸ਼ ਖੁਸਰਾ ਸੀ। ਇੰਜ ਲੱਗਦਾ ਸੀ ਜਿਵੇਂ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕੀ। ਮੇਰੀਆਂ ਅੱਖਾਂ ਵਿੱਚ ਹੁਣ ਹੰਝੂ ਸਨ। ਕੀ ਹੋਇਆ ਸੀ? ਜੇਕਰ ਦਿਨੇਸ਼ ਖੁਸਰਾ ਸੀ ਤਾਂ ਉਸ ਨੇ ਵਿਆਹ ਕਿਉਂ ਕਰਵਾਇਆ? ਆਖਰ ਉਹਨਾਂ ਨੂੰ ਮੇਰੀ ਜ਼ਿੰਦਗੀ ਖਰਾਬ ਕਰਨ ਦਾ ਕੀ ਹੱਕ ਸੀ? ਹੁਣ ਉਹ ਸਾਰੀਆਂ ਪੁਰਾਣੀਆਂ ਗੱਲਾਂ ਮੇਰੀਆਂ ਅੱਖਾਂ ਸਾਹਮਣੇ ਆ ਰਹੀਆਂ ਸਨ। ਉਸ ਦਾ ਦਹੇਜ ਨਾ ਲੈਣਾ ਦਾ ਇਹ ਕਾਰਨ ਸੀ ਕਿ ਉਹ ਖੁਸਰਾ ਸੀ। ਉਸ ਨੂੰ ਡਰ ਸੀ ਕਿ ਕੁੜੀ ਵਾਲੇ ਵਿਆਹ ਕਰਨ ਤੋਂ ਮਨਾ ਨਾ ਕਰ ਦੇਣ। ਮੈਨੂੰ ਸਮਝ ਆ ਗਈ ਸੀ ਕਿ ਦਿਨੇਸ਼ ਨੇ ਇੰਨੇ ਚੰਗੇ ਹੋਣ ਦਾ ਢੋਂਗ ਕਿਉਂ ਕੀਤਾ। ਮੇਰੇ ਸਹੁਰੇ ਘਰ ਆਉਂਦਿਆਂ ਹੀ ਮੇਰੀਆਂ ਸਾਰੀਆਂ ਆਸਾਂ ਤੇ ਖੁਆਇਸ਼ਾਂ ਮਿੱਟੀ ਹੋ ਗਈਆਂ ਸਨ। ਮੇਰਾ ਚਿਹਰਾ ਪੂਰੀ ਤਰ੍ਹਾਂ ਲਾਲ ਹੋ ਗਿਆ ਸੀ। ਮੈਨੂੰ ਤਾਂ ਦਿਨੇਸ਼ ਤੋਂ ਨਫ਼ਰਤ ਹੋ ਰਹੀ ਸੀ। ਮੇਰੇ ਚਿਹਰੇ ਤੇ ਉਦਾਸੀ ਸਾਫ਼ ਦਿਖਾਈ ਦੇ ਰਹੀ ਸੀ। ਆਖਰ ਕਿਹੜੀ ਕੁੜੀ ਖੁਸਰਾ ਪਤੀ ਪਾ ਕੇ ਖੁਸ਼ ਹੋਵੇਗੀ? ਮੈਨੂੰ ਆਪਣੀ ਸੱਸ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਉਹ ਵੀ ਇੱਕ ਔਰਤ ਹੈ ਅਤੇ ਇੱਕ ਔਰਤ ਹੋਣ ਕਰਕੇ ਉਹ ਕਿਸੇ ਹੋਰ ਔਰਤ ਦਾ ਘਰ ਕਿਵੇਂ ਖਰਾਬ ਕਰ ਸਕਦੀ ਹੈ।
ਆਪਣੇ ਪੁੱਤਰ ਬਾਰੇ ਪੂਰੀ ਸੱਚਾਈ ਜਾਣਨ ਦੇ ਬਾਵਜੂਦ ਵੀ ਉਹਨਾਂ ਨੇ ਉਸ ਦਾ ਵਿਆਹ ਕਰਵਾ ਕੇ ਮੈਨੂੰ ਅਤੇ ਮੇਰੇ ਪਰਿਵਾਰ ਵਾਲਿਆਂ ਨੂੰ ਧੋਖਾ ਦਿੱਤਾ। ਹੁਣ ਦਿਨੇਸ਼ ਬਾਰੇ ਸਾਰੀ ਸੱਚਾਈ ਜਾਣਨ ਤੋਂ ਬਾਅਦ ਮੈਂ ਉਸ ਨਾਲ ਕਿਵੇਂ ਰਹਿ ਸਕਦੀ ਸੀ? ਆਖਰ ਮੈਂ ਇੱਕ ਖੁਸਰੇ ਨਾਲ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰ ਸਕਦੀ ਹਾਂ? ਭਾਵੇਂ ਮੈਨੂੰ ਕੋਈ ਉਮੀਦ ਸੀ, ਮੈਂ ਆਪਣਾ ਸਮਾਨ ਬੰਨ੍ਹ ਰਹੀ ਸੀ ਤਾਂ ਮੇਰੀ ਨਜ਼ਰ ਦਿਨੇਸ਼ ਤੇ ਪਈ, ਜੋ ਉਤਰੇ ਮੂੰਹ ਨਾਲ ਸੋਫੇ ਤੇ ਬੈਠਾ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸਨ ਅਤੇ ਉਹ ਮੇਰੇ ਵੱਲ ਇਸ ਤਰ੍ਹਾਂ ਦੇਖ ਰਿਹਾ ਸੀ ਜਿਵੇਂ ਉਸ ਨੂੰ ਮੇਰੇ ਤੋਂ ਕੋਈ ਉਮੀਦ ਹੋਵੇ। ਅਤੇ ਫਿਰ ਦਿਨੇਸ਼ ਨੇ ਹਿੰਮਤ ਜੁਟਾ ਕੇ ਮੈਨੂੰ ਕਿਹਾ ਕਿ ਨੇਹਾ, ਇਹ ਮੇਰੀ ਗਲਤੀ ਨਹੀਂ ਹੈ, ਨਾ ਜਾ। ਉਸ ਦੇ ਇਹ ਬੋਲ ਇੰਜ ਸਨ ਜਿਵੇਂ ਮੇਰਾ ਦਿਲ ਟੁਕੜੇ ਟੁਕੜੇ ਹੋ ਗਿਆ ਹੋਵੇ। ਉਸ ਦੇ ਇਹ ਦੋ ਲਫ਼ਜ਼ ਮੇਰੇ ਕੰਨਾਂ ਵਿੱਚ ਬਾਰ-ਬਾਰ ਗੂੰਜ ਰਹੇ ਸਨ। ਮੈਂ ਦਿਨੇਸ਼ ਨੂੰ ਕੋਈ ਜਵਾਬ ਨਾ ਦੇ ਸਕੀ ਅਤੇ ਚੁੱਪਚਾਪ ਕਮਰੇ ਤੋਂ ਬਾਹਰ ਆ ਕੇ ਘਰ ਦੇ ਬਾਹਰ ਬਗੀਚੇ ਵਿੱਚ ਜਾ ਕੇ ਰੋਣ ਲੱਗ ਪਈ ਅਤੇ ਆਪਣੀ ਕਿਸਮਤ ਨੂੰ ਕੋਸਣ ਲੱਗੀ। ਮੇਰੀ ਕਿਸਮਤ ਵਿੱਚ ਕਿਹੜੇ ਕਰਮਾਂ ਦਾ ਫਲ ਲਿਖਿਆ ਹੋਇਆ ਸੀ? ਮੈਂ ਚਾਹੁੰਦੀ ਹੋਈ ਵੀ ਦਿਨੇਸ਼ ਦੇ ਉਹ ਦੋ ਲਫ਼ਜ਼ ਭੁੱਲ ਨਹੀਂ ਸਕੀ। ਦਿਨੇਸ਼ ਦਾ ਮੈਨੂੰ ਰੋਕਣਾ ਅੰਦਰੋਂ ਝੰਜੋੜ ਰਿਹਾ ਸੀ। ਇਹ ਰਾਤ ਮੇਰੇ ਲਈ ਸਭ ਤੋਂ ਖਰਾਬ ਰਾਤ ਸੀ, ਕਿਉਂਕਿ ਇਹ ਉਹ ਰਾਤ ਸੀ ਜਦੋਂ ਪਤਨੀ ਆਪਣੇ ਪਤੀ ਦੇ ਨਾਲ ਹੁੰਦੀ ਹੈ। ਉਹ ਉਸ ਰਾਤ ਇਕੱਲੀ ਰੋਂਦੀ ਰਹੀ। ਖੈਰ, ਮੈਂ ਸਾਰੀ ਰਾਤ ਰੋਂਦਿਆਂ ਕੱਟੀ ਅਤੇ ਸਵੇਰ ਤੋਂ ਪਹਿਲਾਂ ਕਮਰੇ ਵਿੱਚ ਆ ਗਈ, ਕਿਉਂਕਿ ਮੈਂ ਕਿਸੇ ਦੇ ਮਨ ਵਿੱਚ ਸ਼ੱਕ ਪੈਦਾ ਨਹੀਂ ਕਰਨਾ ਚਾਹੁੰਦੀ ਸੀ। ਕਮਰੇ ਵਿੱਚ ਆਉਂਦਿਆਂ ਹੀ ਦਿਨੇਸ਼ ਵੀ ਮੇਰੇ ਵਾਂਗ ਚੁੱਪ ਬੈਠਾ ਸੀ। ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮੈਂ ਮਨ ਹੀ ਮੰਨ ਲਿਆ ਕਿ ਇਸ ਵਿੱਚ ਦਿਨੇਸ਼ ਦਾ ਕੋਈ ਕਸੂਰ ਨਹੀਂ ਹੈ। ਜਿਵੇਂ ਹੀ ਦਿਨੇਸ਼ ਨੂੰ ਮੈਂ ਆਪਣੀ ਥਾਂ ਤੇ ਰੱਖਿਆ, ਮੈਨੂੰ ਸਭ ਕੁਝ ਸਮਝ ਆ ਗਿਆ। ਮੈਂ ਦਿਨੇਸ਼ ਦਾ ਹੱਥ ਫੜ ਕੇ ਜੱਫੀ ਪਾ ਲਈ। ਦਿਨੇਸ਼ ਨੂੰ ਸ਼ਾਇਦ ਯਕੀਨ ਨਹੀਂ ਆ ਰਿਹਾ ਸੀ, ਪਰ ਇਹ ਸੱਚ ਸੀ। ਹੁਣ ਦਿਨੇਸ਼ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਸ਼ਾਇਦ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਖੁਸ਼ ਸੀ। ਹੁਣ ਮੈਂ ਇਸ ਨੂੰ ਆਪਣੀ ਕਿਸਮਤ ਮੰਨ ਲਿਆ ਅਤੇ ਦਿਨੇਸ਼ ਨੂੰ ਸਵੀਕਾਰ ਕਰਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਅਗਲੇ ਦਿਨ ਉਹ ਘਰ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਕੇ ਨੂੰਹ ਵਾਂਗ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗ ਪਈ। ਮੇਰੀ ਸੱਸ ਸ਼ਾਇਦ ਹੈਰਾਨ ਹੋ ਰਹੀ ਸੀ। ਉਹ ਬਾਰ-ਬਾਰ ਮੇਰੇ ਵੱਲ ਦੇਖ ਰਹੀ ਸੀ। ਮੈਨੂੰ ਪਤਾ ਲੱਗ ਗਿਆ ਸੀ ਕਿ ਉਸ ਦੇ ਮਨ ਵਿੱਚ ਕੀ ਚੱਲ ਰਿਹਾ ਸੀ। ਉਹ ਇਸ ਸੋਚ ਵਿੱਚ ਡੁੱਬੀ ਹੋਈ ਸੀ ਕਿ ਦਿਨੇਸ਼ ਦੀ ਸੱਚਾਈ ਜਾਣ ਕੇ ਮੈਨੂੰ ਕੋਈ ਫਰਕ ਕਿਉਂ ਨਹੀਂ ਪਿਆ, ਤੇ ਜੇ ਫਰਕ ਪੈ ਗਿਆ ਤਾਂ ਉਹ ਇਸ ਘਰ ਵਿੱਚ ਕਿਵੇਂ ਰਹਿ ਗਈ। ਪਰ ਮੈਂ ਕੁਝ ਦੱਸਣਾ ਜ਼ਰੂਰੀ ਨਹੀਂ ਸਮਝਿਆ, ਕਿਉਂਕਿ ਮੇਰੇ ਅੰਦਰ ਅਜੇ ਵੀ ਉਸ ਪ੍ਰਤੀ ਨਫ਼ਰਤ ਸੀ। ਉਸ ਨੂੰ ਵਿਆਹ ਤੋਂ ਪਹਿਲਾਂ ਸਭ ਕੁਝ ਦੱਸਣਾ ਚਾਹੀਦਾ ਸੀ, ਪਰ ਉਸ ਨੇ ਕੁਝ ਨਹੀਂ ਦੱਸਿਆ। ਖੈਰ, ਦਿਨ ਐਵੇਂ ਹੀ ਲੰਘ ਗਏ। ਦਿਨੇਸ਼ ਦਾ ਸੁਭਾਅ ਅਤੇ ਵਿਚਾਰ ਮੈਨੂੰ ਉਸ ਵੱਲ ਖਿੱਚਣ ਲਈ ਮਜਬੂਰ ਕਰ ਰਹੇ ਸਨ। ਦਿਨੇਸ਼ ਦਿਨ ਰਾਤ ਮੇਰਾ ਖਿਆਲ ਰੱਖਦਾ ਸੀ। ਉਹ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਮੇਰੀ ਕਹੀ ਹਰ ਗੱਲ ਨੂੰ ਪੂਰਾ ਕਰ ਦਿੰਦਾ ਸੀ। ਭਾਵੇਂ ਉਹ ਫਿਲਮ ਦਿਖਾਉਣਾ, ਬਾਹਰ ਡਿਨਰ ਕਰਵਾਉਣਾ, ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਹੋਣ ਦੇਣਾ। ਜਿਵੇਂ ਕਿ ਦਿਨੇਸ਼ ਦੀ ਪੂਰੀ ਦੁਨੀਆ ਮੈਂ ਬਣ ਗਈ ਸੀ। ਮੈਨੂੰ ਵੀ ਚੰਗਾ ਲੱਗਿਆ ਕਿ ਦਿਨੇਸ਼ ਮੇਰਾ ਧਿਆਨ ਰੱਖਦਾ ਹੈ। ਹੁਣ ਜਿਵੇਂ ਜਿਵੇਂ ਮੈਂ ਦਿਨ ਬਿਤਾ ਰਹੀ ਸੀ, ਮੈਂ ਆਪਣੀ ਸੋਚ ਤੇ ਬਹੁਤ ਪਛਤਾ ਰਹੀ ਸੀ, ਕਿਉਂਕਿ ਮੈਂ ਆਪਣੇ ਵਿਆਹ ਦੀ ਪਹਿਲੀ ਰਾਤ ਦਿਨੇਸ਼ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਸੀ, ਉਸ ਬਾਰੇ ਸੋਚਦਿਆਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਰਹੇ ਸਨ। ਕਿ ਇੰਨਾ ਚੰਗਾ ਆਦਮੀ, ਇੰਨੇ ਖੁੱਲੇ ਵਿਚਾਰਾਂ ਵਾਲਾ, ਸਿਰਫ ਉਸ ਦੀ ਕਮਜ਼ੋਰੀ ਕਾਰਨ ਮੈਂ ਉਸ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਪਤਾ ਨਹੀਂ ਉਸ ਨੂੰ ਕੀ ਬੋਲ ਦਿੱਤਾ। ਪਰ ਫਿਰ ਮੈਂ ਸੋਚਿਆ ਕਿ ਇੱਕ ਵਾਰ ਕਿਸ ਤੋਂ ਨਹੀਂ ਹੁੰਦਾ। ਪਰ ਫਿਰ ਉਸ ਤੋਂ ਬਾਅਦ ਮੈਂ ਦਿਨੇਸ਼ ਨੂੰ ਅਪਣਾ ਵੀ ਲਿਆ ਸੀ। ਖੈਰ, ਦਿਨ ਐਵੇਂ ਹੀ ਲੰਘਦੇ ਗਏ। ਹੁਣ ਦਿਨੇਸ਼ ਦਾ ਮੈਨੂੰ ਬਾਹਰ ਲੈ ਜਾਣਾ, ਆਪਣੇ ਦੋਸਤਾਂ ਨਾਲ ਮਿਲਵਾਉਣਾ ਅਤੇ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਸੀ। ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਕਰਵਾਇਆ ਸੀ ਕਿ ਮੈਂ ਆਪਣੇ ਮਾਪਿਆਂ ਦੇ ਘਰ ਵਿੱਚ ਹਾਂ ਜਾਂ ਸਹੁਰਿਆਂ ਦੇ ਘਰ ਵਿੱਚ। ਦਿਨੇਸ਼ ਦੀ ਮਾਂ ਵੀ ਮੇਰਾ ਬਹੁਤ ਖਿਆਲ ਰੱਖਦੀ ਸੀ। ਉਸ ਨੂੰ ਦੇਖ ਕੇ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਉਹ ਮੇਰੀ ਸੱਸ ਹੈ। ਉਸ ਦੇ ਇਸ ਤਰ੍ਹਾਂ ਦੇ ਪਿਆਰ ਮੁਹੱਬਤ ਨੂੰ ਦੇਖ ਕੇ ਮੈਂ ਉਸ ਦੀ ਪਹਿਲਾਂ ਵਾਲੀ ਗਲਤੀ ਵੀ ਭੁੱਲ ਗਈ ਸੀ, ਜੋ ਉਸ ਨੇ ਵਿਆਹ ਤੋਂ ਪਹਿਲਾਂ ਇਹ ਗੱਲ ਛੁਪਾ ਕੇ ਕੀਤੀ ਸੀ। ਪਰ ਹੁਣ ਮੈਂ ਆਪਣੇ ਪਰਿਵਾਰ ਨਾਲ ਬਿਲਕੁਲ ਖੁਸ਼ ਸੀ। ਮੈਂ ਅਤੇ ਦਿਨੇਸ਼ ਨੇ ਫੈਸਲਾ ਕੀਤਾ ਸੀ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਕਰਾਂਗੇ ਅਤੇ ਨਵੀਂ ਸ਼ੁਰੂਆਤ ਇੱਕ ਇਹ ਸੀ ਕਿ ਅਸੀਂ ਅਨਾਥ ਆਸ਼ਰਮ ਵਿੱਚ ਜਾ ਕੇ ਇੱਕ ਬੱਚੇ ਨੂੰ ਗੋਦ ਲਵਾਂਗੇ ਅਤੇ ਉਸ ਨੂੰ ਆਪਣਾ ਬੱਚਾ ਸਮਝਾਂਗੇ ਅਤੇ ਉਸ ਨੂੰ ਪੂਰੀ ਦੁਨੀਆ ਵਿੱਚ ਆਪਣਾ ਨਾਮ ਦੇਵਾਂਗੇ ਅਤੇ ਉਸ ਦੀ ਦੇਖਭਾਲ ਕਰਾਂਗੇ ਅਤੇ ਉਸ ਨੂੰ ਇੱਕ ਚੰਗਾ ਇਨਸਾਨ ਬਣਾਵਾਂਗੇ। ਹੁਣ ਤਾਂ ਦਿਨੇਸ਼ ਦੇ ਚਿਹਰੇ ਤੇ ਵੀ ਮੁਸਕਰਾਹਟ ਸੀ
ਕਿਉਂਕਿ ਉਹ ਵੀ ਮੇਰੇ ਨਾਲ ਆਪਣੇ ਆਪ ਨੂੰ ਆਮ ਆਦਮੀ ਸਮਝਣ ਲੱਗ ਪਿਆ ਸੀ। ਅਸੀਂ ਦੋਵੇਂ ਇੱਕ ਦੂਜੇ ਲਈ ਇੱਕ ਪਰਫੈਕਟ ਪਤੀ ਪਤਨੀ ਬਣ ਗਏ ਸੀ। ਇੰਜ ਲੱਗ ਰਿਹਾ ਸੀ ਜਿਵੇਂ ਦਿਨੇਸ਼ ਨੇ ਮੇਰੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪਿਆਰ ਨਾਲ ਸਮਝਾਉਣਾ ਅਤੇ ਆਪਣੀਆਂ ਸਾਰੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰਨੀਆਂ ਉਸ ਦੀ ਆਦਤ ਸੀ ਬਣ ਗਈ ਸੀ। ਅਤੇ ਹੁਣ ਮੇਰੇ ਲਈ ਵੀ ਦਿਨੇਸ਼ ਦਾ ਸਾਥ ਬਹੁਤ ਜ਼ਰੂਰੀ ਹੋ ਗਿਆ ਸੀ। ਮੈਂ ਆਪਣੀਆਂ ਸਾਰੀਆਂ ਗੱਲਾਂ ਦਿਨੇਸ਼ ਨੂੰ ਦੱਸਣ ਲੱਗੀ ਅਤੇ ਦਿਨੇਸ਼ ਮੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦਾ ਸੀ। ਹੱਸਦੇ ਖੇਡਦੇ ਸਾਡੀ ਜ਼ਿੰਦਗੀ ਲੰਘ ਰਹੀ ਸੀ। ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਜਦੋਂ ਦਿਨੇਸ਼ ਘਰ ਆਇਆ। ਦਿਨੇਸ਼ ਅੱਜ ਦਫ਼ਤਰ ਤੋਂ ਜਲਦੀ ਘਰ ਆ ਗਿਆ ਸੀ। ਮੈਂ ਦਿਨੇਸ਼ ਨੂੰ ਪੁੱਛਿਆ ਕਿ ਤੁਸੀਂ ਅੱਜ ਇੰਨੀ ਜਲਦੀ ਕਿਵੇਂ ਆਏ। ਫਿਰ ਦਿਨੇਸ਼ ਨੇ ਕਿਹਾ ਕਿ ਮੈਂ ਕੰਮ ਦੇ ਸਿਲਸਿਲੇ ਲਈ ਦਿੱਲੀ ਜਾਣਾ ਹੈ ਅਤੇ ਉੱਥੇ ਮੈਨੂੰ 2-3 ਦਿਨ ਲੱਗ ਜਾਣਗੇ। ਇਸ ਦੌਰਾਨ ਮੇਰੀ ਸੱਸ ਵੀ ਕਮਰੇ ਤੋਂ ਬਾਹਰ ਆ ਗਈ ਅਤੇ ਉਹ ਵੀ ਦਿਨੇਸ਼ ਨੂੰ ਜਲਦੀ ਆਉਣ ਦਾ ਕਾਰਨ ਪੁੱਛਣ ਲੱਗੀ। ਫਿਰ ਦਿਨੇਸ਼ ਨੇ ਕਿਹਾ ਕਿ ਮੈਂ 2-3 ਦਿਨਾਂ ਲਈ ਦਿੱਲੀ ਜਾਣਾ ਹੈ, ਕੀ ਤੁਸੀਂ ਦੋਵੇਂ ਇਕੱਲੇ ਰਹਿ ਪਾਓਗੇ। ਫਿਰ ਮੈਂ ਕਿਹਾ ਹਾਂ ਦਿਨੇਸ਼, ਕਿਉਂ ਨਹੀਂ ਰਹਿ ਪਾਏਂਗੇ, ਅਤੇ ਵੈਸੇ ਵੀ ਤੈਨੂੰ ਕੰਮ ਦੇ ਸਿਲਸਿਲੇ ਵਿੱਚ ਇੱਧਰ ਉੱਧਰ ਜਾਣਾ ਹੀ ਪੈਂਦਾ ਹੈ ਅਤੇ ਵੈਸੇ ਵੀ ਸਾਡਾ ਆਂਢ ਗੁਆਂਢ ਬਹੁਤ ਵਧੀਆ ਹੈ, ਜਦੋਂ ਵੀ ਲੋੜ ਪਵੇ ਇੱਕ ਦੂਜੇ ਦੇ ਕੰਮ ਆਉਂਦੇ ਹੈ। ਫਿਰ ਮੈਂ ਦਿਨੇਸ਼ ਦਾ ਬੈਗ ਪੈਕ ਕੀਤਾ ਅਤੇ ਦਿਨੇਸ਼ ਦਿੱਲੀ ਜਾਣ ਦੀ ਤਿਆਰੀ ਕਰਨ ਲੱਗਾ। ਖੈਰ 2-3 ਦਿਨ ਇਸੇ ਤਰ੍ਹਾਂ ਲੰਘ ਗਏ। ਦਿਨੇਸ਼ ਅੱਜ ਘਰ ਪਰਤਿਆ ਸੀ। ਦਿਨੇਸ਼ ਥਕਾਵਟ ਕਾਰਨ ਜਲਦੀ ਸੋ ਗਿਆ। ਅਸੀਂ ਜ਼ਿਆਦਾ ਗੱਲ ਨਹੀਂ ਕਰ ਸਕੇ ਅਤੇ ਮੈਂ ਵੀ ਜਲਦੀ ਸੌਂ ਗਈ। ਅਗਲੇ ਦਿਨ ਦਿਨੇਸ਼ ਨੇ ਮੈਨੂੰ ਦਿੱਲੀ ਦੇ ਸਾਰੇ ਰੰਗ ਢੰਗ ਦੱਸੇ ਅਤੇ ਮੇਰੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਉਸ ਨੇ ਉੱਥੇ ਕੀ ਕੀਤਾ ਅਤੇ ਉਹ ਕਿਸ ਨੂੰ ਮਿਲਿਆ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਨੀਂਦ ਆ ਗਈ। ਹੁਣ ਇਹ ਨਿੱਤ ਦਾ ਕੰਮ ਬਣ ਗਿਆ ਸੀ। ਸਾਨੂੰ ਸਾਰਿਆਂ ਨੂੰ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਦੁੱਧ ਪੀਣ ਦੀ ਆਦਤ ਸੀ। ਮਾਂ ਨੂੰ ਆਪਣੇ ਕਮਰੇ 'ਚੋਂ ਦੁੱਧ ਦੇਣ ਤੋਂ ਬਾਅਦ ਮੈਂ ਆਪਣੇ ਅਤੇ ਦਿਨੇਸ਼ ਲਈ ਅਲੱਗ-ਅਲੱਗ ਗਲਾਸਾਂ 'ਚ ਆਪਣੇ ਕਮਰੇ 'ਚ ਦੁੱਧ ਲੈ ਆਉਂਦੀ ਸੀ। ਉਸ ਤੋਂ ਬਾਅਦ ਅਸੀਂ ਦੋਵੇਂ ਇਕੱਠੇ ਦੁੱਧ ਪੀਂਦੇ ਅਤੇ ਜਿਵੇਂ ਹੀ ਮੈਂ ਦੁੱਧ ਪੀਂਦੀ ਮੇਰਾ ਸਿਰ ਭਾਰਾ ਹੋਣ ਲੱਗਦਾ ਅਤੇ ਪਤਾ ਨਹੀਂ ਕਦੋਂ ਨੀਂਦ ਆ ਜਾਂਦੀ। ਕੁਝ ਦਿਨ ਮੈਂ ਇਸ ਤਰ੍ਹਾਂ ਨੂੰ ਡੂੰਘਾਈ ਨਾਲ ਨਹੀਂ ਲਿਆ ਸੀ। ਮੈਂ ਮਹਿਸੂਸ ਕੀਤਾ ਕਿ ਥਕਾਵਟ ਕਾਰਨ ਮੈਂ ਜਲਦੀ ਸੌਂ ਜਾਂਦੀ ਹਾਂ ਅਤੇ ਵੈਸੇ ਵੀ ਮੈਂ ਸਾਰਾ ਦਿਨ ਘਰੇਲੂ ਕੰਮ ਕਰਦੀ ਹਾਂ ਅਤੇ ਦਿਨ ਵਿੱਚ ਵੀ ਨੀਂਦ ਨਹੀਂ ਆਉਂਦੀ। ਇਸ ਲਈ ਮੈਂ ਰਾਤ ਨੂੰ ਜਲਦੀ ਸੌਂ ਜਾਂਦੀ ਹਾਂ। ਪਰ ਮੇਰੇ ਮਨ ਵਿੱਚ ਮੈਨੂੰ ਇਹ ਵੀ ਕੁਝ ਅਜੀਬ ਲੱਗ ਰਿਹਾ ਸੀ ਕਿ ਦਿਨੇਸ਼ ਸਾਰਾ ਦਿਨ ਆਫਿਸ ਵਿੱਚ ਕੰਮ ਕਰਦਾ ਹੈ ਅਤੇ ਰਾਤ ਨੂੰ ਉਹ ਮੇਰੇ ਕੋਲ ਬੈਠ ਕੇ ਗੱਲਾਂ ਬਾਤਾਂ ਕਰਦਾ ਹੈ ਅਤੇ ਮੈਂ ਜਲਦੀ ਸੌਂ ਜਾਂਦੀ ਹਾਂ। ਪਤਾ ਨਹੀਂ ਦਿਨੇਸ਼ ਨੂੰ ਕਿਵੇਂ ਲੱਗੇਗਾ। ਫਿਰ ਇੱਕ ਦਿਨ ਮੈਂ ਦਿਨੇਸ਼ ਨੂੰ ਕਿਹਾ, ਦਿਨੇਸ਼ ਮੈਨੂੰ ਨਹੀਂ ਪਤਾ ਕੀ ਹੋਇਆ ਹੈ, ਦੁੱਧ ਪੀਂਦੇ ਹੀ ਮੈਨੂੰ ਨੀਂਦ ਆਉਣ ਲੱਗਦੀ ਹੈ। ਦਿਨ ਭਰ ਦੇ ਕੰਮ ਤੋਂ ਬਾਅਦ ਮੈਨੂੰ ਥਕਾਵਟ ਮਹਿਸੂਸ ਹੁੰਦੀ ਹੈ, ਪਰ ਇਸ ਨੂੰ ਗਲਤ ਨਾ ਸਮਝਿਓ। ਫਿਰ ਦਿਨੇਸ਼ ਹੱਸਣ ਲੱਗਾ ਅਤੇ ਕਹਿਣ ਲੱਗਾ ਕਿ ਮੈਂ ਤੁਹਾਨੂੰ ਪਗਲੀ ਕਿਉਂ ਗਲਤ ਸਮਝ ਰਿਹਾ ਸੀ, ਕਿੱਥੋਂ ਗਲਤ ਸਮਝ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੇ ਹੋ ਅਤੇ ਤੁਸੀਂ ਰਾਤ ਨੂੰ ਕੁਝ ਦੇਰ ਆਰਾਮ ਕਰਦੇ ਹੋ ਅਤੇ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਤੁਸੀਂ ਕਦੋਂ ਸੌਂ ਜਾਂਦੇ ਹੋ। ਫਿਰ ਅਸੀਂ ਦੋਵੇਂ ਕੁਝ ਦੇਰ ਇਸ ਤਰ੍ਹਾਂ ਗੱਲਾਂ ਕਰਦੇ ਰਹੇ ਅਤੇ ਫਿਰ ਦਿਨੇਸ਼ ਦਫ਼ਤਰ ਲਈ ਰਵਾਨਾ ਹੋ ਗਿਆ। ਪਰ ਕੁਝ ਦਿਨਾਂ ਤੋਂ ਮੈਂ ਇੱਕ ਗੱਲ ਬਹੁਤ ਡੂੰਘਾਈ ਨਾਲ ਸੋਚ ਰਹੀ ਸੀ ਕਿ ਮੈਂ ਰਾਤ ਨੂੰ ਇੰਨੀ ਜਲਦੀ ਸੌਂਦੀ ਸੀ ਅਤੇ ਜਦੋਂ ਮੈਂ ਸਵੇਰੇ ਉੱਠਦੀ ਤਾਂ ਮੇਰੇ ਸਰੀਰ ਵਿੱਚ ਹਿਲਚੁਲ ਹੁੰਦੀ ਸੀ, ਜਿਵੇਂ ਕਿਸੇ ਨੇ ਮੈਨੂੰ ਛੂਹ ਲਿਆ ਹੋਵੇ ਤੇ ਮੇਰਾ ਸਿਰ ਵੀ ਪੂਰਾ ਭਾਰੀ ਮਹਿਸੂਸ ਹੁੰਦਾ ਸੀ, ਜਿਵੇਂ ਮੈਂ ਕੱਲ ਰਾਤ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਹੋਵੇ। ਪਰ ਫਿਰ ਮੈਂ ਆਪਣੇ ਆਪ ਤੇ ਹੱਸਦੀ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ। ਮੈਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਮਨ ਵਿੱਚ ਕੀ ਵਿਚਾਰ ਆਉਂਦੇ ਹਨ। ਖੈਰ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਕੰਮ ਵਿੱਚ ਰੁੱਝ ਗਈ। ਹੁਣ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਮੈਂ ਇਸ ਵੱਲ ਧਿਆਨ ਨਹੀਂ ਦਿੱਤਾ। ਇੱਕ ਦਿਨ ਮੈਂ ਘਰ ਵਿੱਚ ਕੰਮ ਕਰ ਰਹੀ ਸੀ। ਜਦੋਂ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਤਾਂ ਫਿਰ ਮੈਂ ਸੋਫੇ ਤੇ ਬੈਠ ਗਈ। ਪਤਾ ਨਹੀਂ ਕਿਉਂ ਮੈਨੂੰ ਚੱਕਰ ਆ ਰਹੇ ਸਨ। ਕੀ ਮੇਰੇ ਸਰੀਰ ਵਿੱਚ ਕਿਸੇ ਕਿਸਮ ਦੀ ਕਮਜ਼ੋਰੀ ਸੀ? ਖੈਰ ਮੈਂ ਆਪਣੇ ਹੀ ਵਿਚਾਰਾਂ ਨਾਲ ਨਿਰਾਸ਼ ਹੋ ਰਹੀ ਸੀ। ਫਿਰ ਮੈਂ ਉੱਠੀ ਅਤੇ ਦਵਾਈ ਲੈ ਕੇ ਵਾਪਸ ਕੰਮ ਤੇ ਲੱਗ ਗਈ, ਪਰ ਮੇਰੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਅੱਜ ਮੈਨੂੰ ਪਹਿਲਾਂ ਤੋਂ ਹੀ ਚੱਕਰ ਆ ਰਹੇ ਸਨ ਅਤੇ ਨਾਲ ਹੀ ਮੈਨੂੰ ਉਲਟੀਆਂ ਵੀ ਆਉਣ ਲੱਗ ਪਈਆਂ ਸਨ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਮੈਨੂੰ ਆਏ ਲੱਗ ਰਿਹਾ ਹੈ ਜਿਵੇਂ ਬੁਖਾਰ ਹੋਵੇਗਾ, ਜਿਸ ਕਾਰਨ ਮੇਰੀ ਸਿਹਤ ਠੀਕ ਨਹੀਂ ਹੈ। ਤਾਂ
ਤਾਂ ਮਾਂ ਨੇ ਕਿਹਾ, ਬੇਟਾ ਤੂੰ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰ, ਮੈਂ ਬਾਕੀ ਦਾ ਕੰਮ ਕਰ ਲਵਾਂਗੀ। ਪਰ ਮੈਂ ਮਾਂ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਮੈਂ ਵਾਪਸ ਆ ਕੇ ਇਹ ਕੰਮ ਪੂਰਾ ਕਰ ਲਵਾਂਗੀ, ਤੁਸੀਂ ਇਹ ਕੰਮ ਨਾ ਕਰਿਓ। ਫਿਰ ਮੈਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨ ਲੱਗੀ। ਅੱਧਾ ਘੰਟਾ ਆਰਾਮ ਕਰਨ ਤੋਂ ਬਾਅਦ ਜਦੋਂ ਮੈਂ ਮੰਜੇ ਤੋਂ ਉੱਠੀ ਤਾਂ ਮੈਨੂੰ ਕੋਈ ਰਾਹਤ ਨਾ ਮਿਲੀ। ਫਿਰ ਉਹੀ ਚੱਕਰ ਆਉਣੇ ਸ਼ੁਰੂ ਹੋ ਗਏ। ਮੈਂ ਮਨ ਵਿੱਚ ਸੋਚਿਆ ਕਿ ਦਵਾਈਆਂ ਨੇ ਵੀ ਮੈਨੂੰ ਠੀਕ ਨਹੀਂ ਕੀਤਾ, ਲੱਗਦਾ ਹੈ ਕਿ ਮੈਨੂੰ ਡਾਕਟਰ ਕੋਲ ਜਾਣਾ ਪਵੇਗਾ ਅਤੇ ਮੈਂ ਡਾਕਟਰ ਨੂੰ ਦਿਖਾ ਹੀ ਆਉਂਦੀ ਹਾਂ ਤਾਂ ਜੋ ਕੋਈ ਵੱਡੀ ਸਮੱਸਿਆ ਨਾ ਹੋਵੇ। ਅਤੇ ਵੈਸੇ ਵੀ ਮੈਂ ਘਰ ਵਿੱਚ ਇਕੱਲੀ ਹੀ ਕੰਮ ਕਰਦੀ ਸੀ। ਮੇਰੀ ਸੱਸ ਦੀ ਵੀ ਤਬੀਅਤ ਠੀਕ ਨਹੀਂ ਸੀ, ਉਸ ਦੇ ਗੋਡਿਆਂ ਵਿੱਚ ਅਕਸਰ ਦਰਦ ਰਹਿੰਦਾ ਸੀ, ਜਿਸ ਕਾਰਨ ਉਹ ਠੀਕ ਤਰ੍ਹਾਂ ਨਾਲ ਚੱਲ ਵੀ ਨਹੀਂ ਸਕਦੀ ਸੀ। ਇਸ ਲਈ ਜੇਕਰ ਮੈਂ ਵੀ ਬਹੁਤ ਬਿਮਾਰ ਹੋ ਗਈ ਤਾਂ ਘਰ ਦਾ ਕੰਮ ਕੌਣ ਕਰੇਗਾ। ਅਤੇ ਦਿਨੇਸ਼ ਨੇ ਵੀ ਸਵੇਰੇ ਆਪਣੇ ਕੰਮ ਤੇ ਜਾਣਾ ਹੁੰਦਾ ਹੈ ਅਤੇ ਸਾਡਾ ਸਾਰਾ ਘਰ ਦਿਨੇਸ਼ ਦੀ ਨੌਕਰੀ ਤੇ ਹੀ ਚੱਲਦਾ ਹੈ। ਮੈਂ ਨਹੀਂ ਚਾਹੁੰਦੀ ਕਿ ਕਿਸੇ ਦੇ ਕੰਮ ਵਿੱਚ ਕੋਈ ਰੁਕਾਵਟ ਆਵੇ, ਇਸ ਲਈ ਮੈਂ ਡਾਕਟਰ ਨੂੰ ਦਿਖਾ ਹੀ ਆਉਂਦੀ ਹਾਂ। ਖੈਰ ਇਸ਼ਨਾਨ ਕਰਕੇ ਮੈਂ ਡਾਕਟਰ ਦੇ ਕਲੀਨਿਕ ਵਿੱਚ ਚਲੀ ਗਈ ਅਤੇ ਡਾਕਟਰ ਨੇ ਮੈਨੂੰ ਚੈੱਕ ਕੀਤਾ। ਫਿਰ ਡਾਕਟਰ ਬੋਲਿਆ ਕਿ ਤੁਸੀਂ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ 2 ਘੰਟਿਆਂ ਬਾਅਦ ਜਦੋਂ ਰਿਪੋਰਟ ਆਵੇਗੀ ਅਸੀਂ ਦੇਖਾਂਗੇ ਕਿ ਤੁਹਾਨੂੰ ਕੀ ਸਮੱਸਿਆ ਹੈ। ਮੈਂ ਆਪਣੀ ਰਿਪੋਰਟ ਕਰਵਾ ਕੇ ਘਰ ਆ ਗਈ। ਮੈਂ ਸੋਚਿਆ ਕਿ ਰਿਪੋਰਟ ਆਉਣ ਵਿੱਚ ਅਜੇ ਸਮਾਂ ਹੈ, ਇਸ ਲਈ ਮੈਂ ਘਰ ਚਲੀ ਜਾਂਦੀ ਹਾਂ। ਘਰ ਆ ਕੇ ਮੈਂ ਆਪਣੀ ਮਾਂ ਲਈ ਚਾਹ ਬਣਾਈ। 2-3 ਘੰਟੇ ਬਾਅਦ ਮੈਨੂੰ ਡਾਕਟਰ ਦਾ ਫੋਨ ਆਇਆ ਅਤੇ ਉਸਨੇ ਮੈਨੂੰ ਆਪਣੇ ਕਲੀਨਿਕ ਵਿੱਚ ਬੁਲਾਇਆ ਅਤੇ ਰਿਪੋਰਟ ਮੇਰੇ ਹਵਾਲੇ ਕਰ ਦਿੱਤੀ ਅਤੇ ਕਹਿਣ ਲੱਗੇ ਕਿ ਤੁਸੀਂ ਮਾਂ ਬਣ ਜਾ ਰਹੇ ਹੋ। ਇਹ ਸੁਣਦੇ ਹੀ ਇੰਜ ਲੱਗਾ ਜਿਵੇਂ ਮੇਰਾ ਸਾਰਾ ਸੰਸਾਰ ਹੀ ਖਤਮ ਹੋ ਗਿਆ ਹੋਵੇ। ਮੈਂ ਪੂਰੀ ਤਰ੍ਹਾਂ ਕੰਬਣ ਲੱਗੀ ਕਿ ਆਖਰਕਾਰ ਇਹ ਕੀ ਕਹਿ ਰਹੇ ਹਨ। ਜਦੋਂ ਇੱਕ ਵਿਆਹੁਤਾ ਔਰਤ ਨੂੰ ਇਹ ਖਬਰ ਮਿਲਦੀ ਹੈ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ, ਪਰ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ। ਡਾਕਟਰ ਨੇ ਮੇਰੇ ਚਿਹਰੇ ਤੇ ਉਦਾਸੀ ਦੇਖ ਕੇ ਕਿਹਾ, ਤੁਹਾਨੂੰ ਕੀ ਹੋਇਆ, ਖੁਸ਼ੀ ਕਿਉਂ ਨਹੀਂ ਹੋਈ? ਪਰ ਮੈਂ ਡਾਕਟਰ ਨੂੰ ਕੀ ਦੱਸਦੀ। ਖੈਰ ਉਸ ਦੇ ਸਾਹਮਣੇ ਖੁਸ਼ ਹੋਣ ਦਾ ਨਾਟਕ ਕਰਕੇ ਮੈਂ ਰਿਪੋਰਟ ਲੈ ਕੇ ਕਿਹਾ, ਚਲੋ ਠੀਕ ਹੈ ਜੀ, ਮੈਂ ਘਰ ਚੱਲਦੀ ਹਾਂ ਅਤੇ ਮੈਂ ਆਪਣੇ ਘਰ ਵੱਲ ਤੁਰ ਪਈ। ਹੁਣ ਇੰਜ ਲੱਗਦਾ ਸੀ ਜਿਵੇਂ ਮੇਰਾ ਸਾਰਾ ਸਿਰ ਘੁੰਮ ਰਿਹਾ ਹੋਵੇ। ਘਬਰਾਹਟ ਕਾਰਨ ਮੇਰੀ ਜਾਨ ਨਿਕਲ ਰਹੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕਿਵੇਂ ਹੋਇਆ। ਦਿਨੇਸ਼ ਇੱਕ ਖੁਸਰਾ ਹੈ, ਇਸ ਲਈ ਮੈਂ ਮਾਂ ਕਿਵੇਂ ਬਣ ਸਕਦੀ ਹਾਂ। ਅਤੇ ਅੱਜ ਤੱਕ ਦਿਨੇਸ਼ ਤੋਂ ਇਲਾਵਾ ਮੈਂ ਕਦੇ ਵੀ ਕਿਸੇ ਮੁੰਡੇ ਨੂੰ ਉਸ ਨਜ਼ਰੀਏ ਤੋਂ ਨਹੀਂ ਦੇਖਿਆ ਸੀ। ਮੈਂ ਮਰੇ ਹੋਏ ਪੈਰਾਂ ਨਾਲ ਘਰ ਵੱਲ ਤੁਰ ਪਈ। ਮੇਰੀਆਂ ਅੱਖਾਂ ਵਿੱਚ ਹੰਝੂ ਸਨ, ਮੇਰਾ ਸਾਰਾ ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਸੀ। ਇਹ ਖਿਆਲ ਮੇਰੇ ਮਨ ਵਿੱਚ ਬਾਰ-ਬਾਰ ਆ ਰਹੇ ਸਨ ਕਿ ਪਤਾ ਨਹੀਂ ਮੇਰਾ ਪਰਿਵਾਰ ਕੀ ਸੋਚੇਗਾ ਅਤੇ ਸਭ ਜਾਣਦੇ ਹਨ ਕਿ ਦਿਨੇਸ਼ ਕਿੰਨਰ ਹੈ। ਅਤੇ ਜਦੋਂ ਸਾਰਿਆਂ ਨੂੰ ਇਹ ਖਬਰ ਮਿਲੂਗੀ ਕਿ ਮੈਂ ਗਰਭਵਤੀ ਹਾਂ ਤਾਂ ਪਤਾ ਨਹੀਂ ਉਹ ਮੇਰੇ ਬਾਰੇ ਕੀ ਸੋਚਣਗੇ। ਮੈਨੂੰ ਨਹੀਂ ਪਤਾ ਕਿ ਉਹ ਮੈਨੂੰ ਕੀ ਕਹਿਣਗੇ ਅਤੇ ਮੈਨੂੰ ਚਰਿੱਤਰਹੀਣ ਸਾਬਤ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਖੈਰ ਸਾਰਿਆਂ ਨੂੰ ਮੇਰੇ ਤੇ ਵਿਸ਼ਵਾਸ ਸੀ। ਹਰ ਕਿਸੇ ਨੇ ਮੈਨੂੰ ਬਹੁਤ ਪਿਆਰ ਕੀਤਾ, ਮੇਰੀ ਹਰ ਗੱਲ ਵਿੱਚ ਵਿਸ਼ਵਾਸ ਕੀਤਾ। ਬਿਨਾਂ ਕਿਸੇ ਕਸੂਰ ਦੇ ਮੇਰੇ ਤੋਂ ਖੋਇਆ ਜਾਣਾ ਸੀ, ਪਰ ਆਖਰ ਮੈਂ ਇਹ ਸਾਰਾ ਕੁਝ ਕਿਸ ਨੂੰ ਦੱਸਦੀ। ਫਿਰ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਮੈਂ ਇਸ ਬਾਰੇ ਦਿਨੇਸ਼ ਨਾਲ ਗੱਲ ਕਰਾਂਗੀ, ਕਿਉਂਕਿ ਮੇਰੇ ਵਿਆਹ ਤੋਂ ਬਾਅਦ ਜੇਕਰ ਮੈਨੂੰ ਕੋਈ ਮੁਸ਼ਕਲ ਆਈ ਹੈ ਤਾਂ ਦਿਨੇਸ਼ ਨੇ ਮੈਨੂੰ ਉਸ ਦਾ ਸਾਹਮਣਾ ਕਰਨ ਦੀ ਹਿੰਮਤ ਦਿੱਤੀ ਅਤੇ ਮੇਰਾ ਸਾਥ ਦਿੱਤਾ ਅਤੇ ਹਮੇਸ਼ਾ ਮੈਨੂੰ ਸਮਝਾਇਆ। ਪਰ ਫਿਰ ਮੈਂ ਆਪਣੇ ਕਦਮ ਰੋਕ ਲਏ। ਮੈਂ ਸੋਚਿਆ ਕਿ ਜੇ ਦਿਨੇਸ਼ ਨੇ ਮੇਰਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਕੋਈ ਅਜਿਹਾ ਆਦਮੀ ਨਹੀਂ ਹੈ ਜਿਸ ਨੂੰ ਪਤਾ ਹੋਵੇ ਕਿ ਉਸ ਦੀ ਪਤਨੀ ਗਰਭਵਤੀ ਹੈ, ਜੋ ਉਸ ਨੂੰ ਛੂਹਣ ਤੋਂ ਬਿਨਾਂ ਬਰਦਾਸ਼ਤ ਕਰੇਗੀ। ਖੈਰ ਮੈਂ ਕਿਸੇ ਤਰ੍ਹਾਂ ਘਰ ਪਹੁੰਚੀ ਅਤੇ ਸਿੱਧਾ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗ ਪਈ। ਕੁਝ ਦੇਰ ਬਾਅਦ ਮੈਨੂੰ ਆਪਣੀ ਸੱਸ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੈਂ ਝਟ ਆਪਣੇ ਹੰਝੂ ਪੂੰਝ ਕੇ ਨਾਰਮਲ ਹੋ ਗਈ ਤਾਂ ਜੋ ਉਹਨਾਂ ਨੂੰ ਕੁਝ ਵੀ ਪਤਾ ਨਾ ਲੱਗੇ। ਫਿਰ ਮੇਰੀ ਸੱਸ ਆ ਕੇ ਕਹਿਣ ਲੱਗੀ, ਕੀ ਹੋਇਆ, ਤੁਸੀਂ ਰਿਪੋਰਟ ਲੈ ਕੇ ਆਏ ਹੋ, ਡਾਕਟਰ ਨੇ ਕੀ ਕਿਹਾ? ਇਹ ਕੋਈ ਵੱਡੀ ਸਮੱਸਿਆ ਤਾਂ ਨਹੀਂ ਹੈ, ਠੀਕ ਤਾਂ ਹੈ? ਉਦੋਂ ਹੀ ਮੈਂ ਕਿਹਾ ਕਿ ਨਹੀਂ, ਮੈਂ ਬੁਖਾਰ ਕਾਰਨ ਥੋੜੀ ਥੱਕੀ ਹੋਈ ਸੀ
ਜਿਸ ਕਾਰਨ ਮੈਨੂੰ ਕਮਜ਼ੋਰੀ ਕਾਰਨ ਚੱਕਰ ਆਉਣੇ ਸ਼ੁਰੂ ਹੋ ਗਏ। ਹੋਰ ਕੋਈ ਸਮੱਸਿਆ ਨਹੀਂ ਹੈ, ਸਭ ਕੁਝ ਠੀਕ ਹੈ। ਤਾਂ ਮੇਰੀ ਸੱਸ ਨੇ ਕਿਹਾ, ਇਹ ਤਾਂ ਚੰਗੀ ਗੱਲ ਹੈ। ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਕੰਮ ਨਾ ਕਰੋ। 2 ਦਿਨ ਆਰਾਮ ਕਰੋ ਅਤੇ ਦਿਨੇਸ਼ ਨੂੰ ਬੁਲਾ ਲੈਂਦੇ, ਉਹ ਤੁਹਾਡੇ ਲਈ ਤਾਜ਼ੇ ਫਲ ਲੈ ਆਵੇ। ਮੈਂ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਤੂੰ ਆਪਣੀ ਨੂੰਹ ਦਾ ਖਿਆਲ ਰੱਖ ਰਹੀ ਹੈ, ਉਸ ਬਾਰੇ ਇੰਨਾ ਸੋਚ ਰਹੀ ਹੈ। ਉਸ ਨੇ ਤਾਂ ਤੇਰਾ ਨਾਂ ਡੁਬੋ ਦਿੱਤਾ ਹੈ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕਿਸ ਦਾ ਬੱਚਾ ਹੈ ਅਤੇ ਮੇਰੀਆਂ ਅੱਖਾਂ ਵਿੱਚੋਂ ਬਾਰ-ਬਾਰ ਹੰਝੂ ਟਪਕ ਰਹੇ ਸਨ। ਪਰ ਨਾਲ ਹੀ ਮੈਨੂੰ ਆਪਣੇ ਆਪ ਵਿੱਚ ਭਰੋਸਾ ਸੀ ਕਿ ਮੈਂ ਅੱਜ ਤੱਕ ਅਜਿਹਾ ਕੁਝ ਨਹੀਂ ਕੀਤਾ। ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਇਹ ਮੇਰੀ ਗਲਤੀ ਸੀ। ਫਿਰ ਉਹੀ ਗੱਲ ਮੇਰੇ ਸਾਹਮਣੇ ਆਈ ਕਿ ਰਾਤ ਨੂੰ ਜਲਦੀ ਸੌਣਾ, ਸਵੇਰੇ ਉੱਠਦਿਆਂ ਹੀ ਮੇਰਾ ਸਿਰ ਇੰਨਾ ਭਾਰਾ ਹੋਣਾ ਅਤੇ ਮੇਰੇ ਸਰੀਰ ਨਾਲ ਅਜਿਹੀ ਹਰਕਤ ਹੋ ਰਹੀ ਸੀ ਜਿਵੇਂ ਕਿਸੇ ਨੇ ਮੈਨੂੰ ਗਲਤ ਤਰੀਕੇ ਨਾਲ ਛੂਹ ਲਿਆ ਹੋਵੇ। ਮੈਨੂੰ ਬਾਰ-ਬਾਰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਨਾਲ ਕੁਝ ਨਾ ਕੁਝ ਗਲਤ ਜ਼ਰੂਰ ਹੋ ਰਿਹਾ ਹੈ। ਮੈਂ ਆਪਣੀ ਸੱਸ ਨਾਲ ਗੱਲ ਕਰਨ ਬਾਰੇ ਸੋਚਿਆ, ਪਰ ਜਦੋਂ ਮੈਂ ਗੱਲ ਕਰਨ ਲਈ ਉਸ ਦੇ ਕਮਰੇ ਵਿੱਚ ਗਈ ਤਾਂ ਮੈਂ ਆਪਣੇ ਕਦਮ ਪਿੱਛੇ ਕੀਤੇ ਅਤੇ ਮਨ ਵਿੱਚ ਸੋਚਿਆ ਕਿ ਉਹ ਪਹਿਲਾਂ ਹੀ ਠੀਕ ਨਹੀਂ ਹੈ ਅਤੇ ਜੇ ਮੈਂ ਉਸ ਨੂੰ ਇਹ ਸਭ ਕੁਝ ਦੱਸ ਦਿੱਤਾ ਤਾਂ ਪਤਾ ਨਹੀਂ ਕੀ ਹੋਵੇਗਾ। ਜੇਕਰ ਉਸ ਦੀ ਸਿਹਤ ਵਿਗੜ ਗਈ ਤਾਂ ਮੇਰੇ ਲਈ ਮੁਸੀਬਤ ਖੜੀ ਹੋ ਜਾਵੇਗੀ। ਇਸ ਲਈ ਮੈਂ ਉਸ ਨੂੰ ਕੁਝ ਦੱਸਣਾ ਜ਼ਰੂਰੀ ਨਹੀਂ ਸਮਝਿਆ ਅਤੇ ਨਾ ਹੀ ਦਿਨੇਸ਼ ਨਾਲ ਇਸ ਬਾਰੇ ਗੱਲ ਕੀਤੀ। ਮੈਂ ਮਨ ਵਿੱਚ ਸੋਚਿਆ ਕਿ ਕੋਈ ਨਾ ਕੋਈ ਗੜਬੜ ਜ਼ਰੂਰ ਹੋਵੇਗੀ, ਨਹੀਂ ਤਾਂ ਮੈਂ ਅੱਜ ਤੱਕ ਕਦੇ ਇੰਨੀ ਜਲਦੀ ਨਹੀਂ ਸੋਈ ਅਤੇ ਕਈ ਵਾਰ ਘਰ ਦਾ ਕੋਈ ਕੰਮ ਨਾ ਹੋਣ ਤੇ ਵੀ ਜਲਦੀ ਨਹੀਂ ਸੋਈ ਸੀ। ਥਕਾਵਟ ਦਾ ਉਸ ਨਾਲ ਕੀ ਸੰਬੰਧ ਹੈ? ਖੈਰ, ਹੁਣ ਮੈਨੂੰ ਪੂਰੀ ਸੱਚਾਈ ਪਤਾ ਲੱਗ ਗਈ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਸੀ। ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਇਸ ਵਿੱਚ ਕੋਈ ਹੋਰ ਜ਼ਰੂਰ ਸ਼ਾਮਲ ਹੈ। ਦੁੱਧ ਪੀ ਕੇ ਨੀਂਦ ਆਉਂਦੀ ਹੈ ਤਾਂ ਦਿਨੇਸ਼ ਵੀ ਦੁੱਧ ਪੀਂਦਾ ਹੈ ਅਤੇ ਦਿਨੇਸ਼ ਨੂੰ ਵੀ ਨੀਂਦ ਆਉਂਦੀ ਹੈ। ਇਸ ਲਈ ਅਸੀਂ ਦੋਵੇਂ ਹੀ ਦੁੱਧ ਪੀਂਦੇ ਹੀ ਸੌਂ ਜਾਂਦੇ ਹਾਂ ਅਤੇ ਮੇਰੇ ਨਾਲ ਬਾਅਦ ਵਿੱਚ ਕੁਝ ਗਲਤ ਹੁੰਦਾ ਹੋਵੇਗਾ। ਫਿਰ ਇੱਕ ਦਿਨ ਮੈਂ ਸੋਚਿਆ ਕਿ ਕਿਉਂ ਨਾ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਲਗਾ ਲਿਆ ਜਾਵੇ ਅਤੇ ਮੇਰੇ ਨਾਲ ਕੀ ਹੋ ਰਿਹਾ ਹੈ। ਇੱਕ ਦਿਨ ਮੈਂ ਸੋਚਿਆ ਕਿ ਅੱਜ ਮੈਂ ਦੁੱਧ ਪੀਏ ਬਿਨਾਂ ਹੀ ਸੌਂ ਜਾਵਾਂਗੀ ਅਤੇ ਉਸ ਤੋਂ ਬਾਅਦ ਜੋ ਵੀ ਹੋਵੇਗਾ ਉਹ ਆਪਣੇ ਆਪ ਸਾਹਮਣੇ ਆ ਜਾਵੇਗਾ। ਰਾਤ ਦਾ ਸਮਾਂ ਸੀ। ਖਾਣਾ ਖਾਣ ਤੋਂ ਬਾਅਦ ਮੈਂ ਆਪਣੀ ਸੱਸ ਨੂੰ ਉਹਨਾਂ ਦੇ ਕਮਰੇ ਵਿੱਚ ਦੁੱਧ ਦੇ ਆਈ ਅਤੇ ਆਪਣਾ ਅਤੇ ਦਿਨੇਸ਼ ਦਾ ਦੁੱਧ ਲੈ ਕੇ ਆਪਣੇ ਕਮਰੇ ਵਿੱਚ ਆ ਗਈ ਅਤੇ ਫਿਰ ਮੈਂ ਅਚਾਨਕ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾ ਲਿਆ। ਫਿਰ ਦਿਨੇਸ਼ ਨੇ ਕਿਹਾ ਕਿ ਕੀ ਹੋਇਆ? ਮੈਂ ਕਿਹਾ ਕਿ ਮੇਰੀ ਦਵਾਈ ਰਸੋਈ ਵਿੱਚ ਪਈ ਹੈ, ਤੁਸੀਂ ਕਿਰਪਾ ਕਰਕੇ ਮੇਰੀ ਦਵਾਈ ਲੈ ਆਓ। ਫਿਰ ਦਿਨੇਸ਼ ਦਵਾਈ ਲੈਣ ਰਸੋਈ ਵਿੱਚ ਚਲਾ ਗਿਆ ਅਤੇ ਮੈਂ ਖਿੜਕੀ ਵਿੱਚੋਂ ਦੁੱਧ ਡੋਲ ਦਿੱਤਾ, ਖਾਲੀ ਗਲਾਸ ਰੱਖ ਦਿੱਤਾ। ਦਿਨੇਸ਼ ਨੇ ਕਮਰੇ ਵਿੱਚ ਆ ਕੇ ਦੇਖਿਆ ਤਾਂ ਪੁੱਛਿਆ ਕਿ ਉਸਨੇ ਇੰਨੀ ਜਲਦੀ ਦੁੱਧ ਵੀ ਪੀ ਲਿਆ। ਮੈਂ ਕਿਹਾ ਹਾਂ, ਮੈਨੂੰ ਪਿਆਸ ਲੱਗ ਰਹੀ ਸੀ, ਕਮਰੇ ਵਿੱਚ ਪਾਣੀ ਨਹੀਂ ਸੀ, ਇਸ ਲਈ ਮੈਂ ਦੁੱਧ ਪੀ ਲਿਆ। ਮੈਨੂੰ ਦਵਾਈ ਦਿਓ, ਮੈਂ ਦਵਾਈ ਲੈ ਲਵਾਂ। ਦਵਾਈ ਲੈਣ ਤੋਂ ਬਾਅਦ ਮੈਂ ਬਹਾਨਾ ਕਰਨ ਲੱਗੀ ਕਿ ਮੈਨੂੰ ਬਹੁਤ ਨੀਂਦ ਆ ਰਹੀ ਹੈ। ਮੈਨੂੰ ਸੌਣ ਦਾ ਬਹਾਨਾ ਬਣਾ ਕੇ ਸੌਂ ਗਈ। ਮੈਂ ਸੌਣ ਦਾ ਬਹਾਨਾ ਬਣਾ ਕੇ ਸੌਂ ਗਈ ਤੇ ਦਿਨੇਸ਼ ਨੇ ਵੀ ਮੈਨੂੰ ਛੂਹ ਕੇ ਦੇਖਿਆ ਕਿ ਮੈਂ ਸੌਂ ਗਈ ਹਾਂ। ਪਰ ਉਸ ਤੋਂ ਬਾਅਦ ਕਮਰੇ ਵਿੱਚ ਕੀ ਹੋ ਰਿਹਾ ਸੀ ਮੈਂ ਦੇਖ ਨਹੀਂ ਸਕਦੀ ਸੀ, ਪਰ ਮੈਂ ਮਹਿਸੂਸ ਕਰ ਸਕਦੀ ਸੀ ਅਤੇ ਸੁਣ ਸਕਦੀ ਸੀ। ਮੈਂ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ। 2-3 ਵਿਅਕਤੀਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਉਹਨਾਂ ਵਿੱਚੋਂ ਦਿਨੇਸ਼ ਵੀ ਕੁਝ ਕਹਿ ਰਿਹਾ ਸੀ, ਪਰ ਮੈਨੂੰ ਉਸ ਦੀ ਆਵਾਜ਼ ਸਾਫ਼ ਸੁਣਾਈ ਨਹੀਂ ਦਿੱਤੀ। ਉਹ ਹੌਲੀ-ਹੌਲੀ ਬੋਲ ਰਿਹਾ ਸੀ। ਇਸ ਤੋਂ ਬਾਅਦ ਮੈਂ ਇੱਕ ਵਿਅਕਤੀ ਨੂੰ ਮੇਰੇ ਵੱਲ ਆਉਂਦਾ ਦੇਖਿਆ ਅਤੇ ਮੇਰੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰਨ ਲੱਗਾ। ਫਿਰ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕੀ ਅਤੇ ਮੈਂ ਝਟ ਅੱਖਾਂ ਖੋਲ੍ਹ ਲਈਆਂ। ਮੈਨੂੰ ਅਚਾਨਕ ਜਾਗਦੀ ਦੇਖ ਕੇ ਦਿਨੇਸ਼ ਅਤੇ ਉਹ ਲੋਕ ਹੈਰਾਨ ਰਹਿ ਗਏ। ਉਹ ਲੋਕ ਉੱਥੋਂ ਭੱਜ ਗਏ। ਦਿਨੇਸ਼ ਨੇ ਕਿਹਾ, ਹੇ ਨੇਹਾ, ਤੈਨੂੰ ਨੀਂਦ ਆ ਰਹੀ ਸੀ? ਮੈਂ ਦਿਨੇਸ਼ ਦੇ ਜ਼ੋਰਦਾਰ ਥੱਪੜ ਮਾਰਿਆ ਅਤੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ। ਇਸ ਦੌਰਾਨ ਮੇਰੀ ਸੱਸ ਵੀ ਉੱਥੇ ਆ ਗਈ। ਉਸ ਨੂੰ ਇਹ ਸਭ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਕਹਿਣ ਲੱਗੀ, ਕੀ ਹੋਇਆ? ਤੁਸੀਂ ਦੋਵੇਂ ਅਜਿਹਾ ਕਿਉਂ ਕਰ ਰਹੇ ਹੋ? ਫਿਰ ਮੈਂ ਆਪਣੀ ਸੱਸ ਨੂੰ ਕਿਹਾ, ਤੁਸੀਂ ਆਪਣੇ ਪੁੱਤਰ ਨੂੰ ਇਸ ਸਭ ਬਾਰੇ ਪੁੱਛੋ ਅਤੇ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ। ਫਿਰ ਮੇਰੀ ਸੱਸ ਨੇ ਦਿਨੇਸ਼ ਦਾ ਹੱਥ ਫੜ ਕੇ ਕਿਹਾ, ਕੀ ਹੋ ਰਿਹਾ ਸੀ? ਫਿਰ ਦਿਨੇਸ਼ ਦੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਮੇਰੇ ਪੈਰਾਂ ਵਿੱਚ ਡਿੱਗ ਕੇ ਕਹਿਣ ਲੱਗਾ, ਨੇਹਾ, ਮੈਨੂੰ ਮਾਫ਼ ਕਰ ਦਿਓ, ਮੇਰੇ ਤੋਂ ਵੱਡੀ ਗਲਤੀ ਹੋ ਗਈ ਹੈ। ਕੁਝ ਦਿਨ ਪਹਿਲਾਂ ਜਦੋਂ ਮੈਂ ਦਿੱਲੀ ਗਿਆ ਸੀ ਤਾਂ ਮੇਰੇ ਦੋਸਤਾਂ ਨੇ ਮੈਨੂੰ ਕਿਹਾ ਕਿ ਤੁਸੀਂ ਖੁਸਰੇ ਹੋ ਅਤੇ ਤੁਹਾਡੀ ਪਤਨੀ ਤੁਹਾਨੂੰ ਖੁਸ਼ੀ ਨਹੀਂ ਦੇ ਸਕਦੀ ਅਤੇ ਨਾ ਹੀ ਤੁਸੀਂ ਆਪਣੀ ਪਤਨੀ ਨੂੰ ਖੁਸ਼ੀ ਦੇ ਸਕਦੇ ਹੋ। ਤੁਸੀਂ ਉਸ ਨਾਲ ਵਪਾਰ ਕਿਉਂ ਨਹੀਂ ਕਰਦੇ?
ਅਤੇ ਪੈਸੇ ਕਿਉਂ ਨਹੀਂ ਕਮਾ ਲੈਂਦੇ। ਤੁਹਾਨੂੰ ਵੀ ਇਸ ਦਾ ਫਾਇਦਾ ਹੋਵੇਗਾ। ਵੈਸੇ ਵੀ ਇਸ ਗੱਲ ਤੋਂ ਤੁਹਾਨੂੰ ਕੋਈ ਫਰਕ ਨਹੀਂ ਪੈਣ ਵਾਲਾ। ਉਹਨਾਂ ਨੇ ਮੇਰੇ ਮਨ ਵਿੱਚ ਪੈਸੇ ਦੇ ਇੰਨੇ ਲਾਲਚ ਭਰੇ ਕਿ ਮੈਂ ਉਹਨਾਂ ਦੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਅਤੇ ਇੱਥੇ ਆ ਕੇ ਮੈਂ ਇਹ ਯੋਜਨਾ ਬਣਾਈ ਕਿ ਹਰ ਰਾਤ ਨੇਹਾ ਦੇ ਦੁੱਧ ਵਿੱਚ ਨਸ਼ੀਲੀ ਦਵਾਈ ਮਿਲਾ ਦੇਵਾਂਗਾ, ਜਿਸ ਕਾਰਨ ਉਹ ਗੂੜੀ ਨੀਂਦ ਵਿੱਚ ਚਲੀ ਜਾਵੇਗੀ। ਫਿਰ ਮੈਂ ਲੋਕਾਂ ਨੂੰ ਬੁਲਾਵਾਂਗਾ ਅਤੇ ਉਹਨਾਂ ਨੂੰ ਉਸ ਦੇ ਨਾਲ ਵਪਾਰ ਕਰਨ ਲਈ ਕਹਾਂਗਾ ਅਤੇ ਮੈਂ ਲੰਬੇ ਸਮੇਂ ਤੋਂ ਉਸ ਦੇ ਨਾਲ ਅਜਿਹਾ ਕਰ ਰਿਹਾ ਸੀ। ਕਾਫੀ ਪੈਸੇ ਵੀ ਕਮਾ ਲਏ ਸੀ। ਬੈਠੇ ਬੈਠੇ ਇੰਨੇ ਪੈਸੇ ਬਣਦੇ ਦੇਖ ਕੇ ਮੈਂ ਹੋਰ ਵੀ ਲਾਲਚੀ ਹੋ ਗਿਆ ਅਤੇ ਮੈਂ ਇਹ ਕੰਮ ਜਾਰੀ ਰੱਖਿਆ। ਦਿਨੇਸ਼ ਕਹਿਣ ਲੱਗਾ ਕਿ ਪਹਿਲਾਂ ਤਾਂ ਮੈਂ ਬਿਲਕੁਲ ਠੀਕ ਠਾਕ ਸੀ, ਪਰ ਜਦੋਂ ਤੋਂ ਮੈਂ ਦਿੱਲੀ ਗਿਆ ਅਤੇ ਦੋਸਤਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਹੋਸ਼ ਗਵਾ ਬੈਠਾ। ਫਿਰ ਮੈਂ ਆਪਣੀ ਸੱਸ ਨੂੰ ਦੱਸਿਆ ਕਿ ਉਸ ਦਿਨ ਜਦੋਂ ਮੈਂ ਚੱਕਰ ਆਉਣ ਕਾਰਨ ਚੈੱਕਅਪ ਲਈ ਗਈ ਸੀ ਤਾਂ ਇਹ ਗੱਲ ਸਾਹਮਣੇ ਆਈ ਸੀ ਕਿ ਮੈਂ ਗਰਭਵਤੀ ਹਾਂ ਅਤੇ ਉਦੋਂ ਤੋਂ ਹੀ ਮੈਨੂੰ ਸ਼ੱਕ ਸੀ ਕਿ ਮੇਰੇ ਨਾਲ ਜ਼ਰੂਰ ਕੁਝ ਗਲਤ ਹੋ ਰਿਹਾ ਹੈ, ਕਿਉਂਕਿ ਦਿਨੇਸ਼ ਖੁਸਰਾ ਸੀ ਅਤੇ ਇਸ ਤੋਂ ਇਲਾਵਾ ਮੈਨੂੰ ਕਦੇ ਕਿਸੇ ਨੇ ਛੂਹਿਆ ਨਹੀਂ ਸੀ। ਫਿਰ ਮੈਂ ਗਰਭਵਤੀ ਕਿਵੇਂ ਹੋਈ? ਇਸ ਲਈ ਮੈਂ ਅੱਜ ਸਾਰਾ ਕੁਝ ਪਤਾ ਕਰਨ ਲਈ ਦੁੱਧ ਬਿਨਾਂ ਪੀਏ ਹੀ ਸੌਣ ਦੀ ਯੋਜਨਾ ਬਣਾਈ ਤੇ ਸਾਰਾ ਸੱਚ ਮੇਰੇ ਸਾਹਮਣੇ ਆ ਗਿਆ। ਫਿਰ ਮੇਰੀ ਸੱਸ ਨੇ ਵੀ ਦਿਨੇਸ਼ ਨੂੰ ਥੱਪੜ ਮਾਰਿਆ ਤੇ ਕਿਹਾ, ਤੁਸੀਂ ਨੇਹਾ ਨਾਲ ਵਿਆਹ ਕਰਵਾ ਲਿਆ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਕੱਲੇ ਨਾ ਰਹੋ। ਤੁਹਾਨੂੰ ਵੀ ਜੀਵਨ ਸਾਥੀ ਮਿਲ ਗਿਆ ਸੀ ਅਤੇ ਤੁਸੀਂ ਇੱਕ ਬੱਚੇ ਨੂੰ ਗੋਦ ਲੈ ਕੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਹੇ ਸੀ ਅਤੇ ਤੁਹਾਨੂੰ ਇੱਕ ਅਜਿਹੀ ਚੰਗੀ ਪਤਨੀ ਮਿਲੀ ਜੋ ਇਹ ਸਭ ਕੁਝ ਜਾਣਦੇ ਹੋਏ ਵੀ ਤੁਹਾਡਾ ਹਮੇਸ਼ਾ ਸਾਥ ਦਿੱਤਾ ਅਤੇ ਤੁਹਾਡਾ ਬਹੁਤ ਖਿਆਲ ਰੱਖਿਆ। ਫਿਰ ਵੀ ਤੁਹਾਨੂੰ ਇਹ ਪਸੰਦ ਨਹੀਂ ਆਇਆ। ਮੈਂ ਕਮਰੇ ਤੋਂ ਬਾਹਰ ਆਈ ਅਤੇ ਇਹ ਸੋਚ ਕੇ ਰੋਣ ਲੱਗੀ ਕਿ ਮੈਂ ਜਿਸ ਤੋਂ ਇੰਨਾ ਭਰੋਸਾ ਕੀਤਾ ਅਤੇ ਉਸ ਦੀ ਕਮਜ਼ੋਰੀ ਨੂੰ ਜਾਣਦੇ ਹੋਏ ਵੀ ਉਸ ਦਾ ਸਾਥ ਦਿੱਤਾ, ਉਸ ਨੇ ਸਿਰਫ ਕੁਝ ਰੁਪਏ ਲਈ ਅਜਿਹਾ ਮਾੜਾ ਕੰਮ ਕੀਤਾ। ਦਿਨੇਸ਼, ਜੋ ਕਿ ਇੰਨਾ ਨਿਮਰਤਾ, ਬੁੱਧੀਮਾਨ ਅਤੇ ਵਧੀਆ ਦਿੱਖ ਵਾਲਾ ਹੈ, ਇਸ ਹੱਦ ਤੱਕ ਜਾ ਸਕਦਾ ਹੈ, ਮੈਂ ਕਦੇ ਸੋਚਿਆ ਵੀ ਨਹੀਂ ਸੀ। ਹੁਣ ਮੇਰੀਆਂ ਅੱਖਾਂ ਵਿੱਚੋਂ ਹੰਝੂ ਅਤੇ ਮਨ ਵਿੱਚ ਉਦਾਸੀ ਤੋਂ ਇਲਾਵਾ ਕੁਝ ਨਹੀਂ ਸੀ। ਦੋਸਤੋ, ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਕਿਰਪਾ ਕਰਕੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਕਹਾਣੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਕਰਨਾ ਅਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।